ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਤੀਜੇ ਦੀ ਬਾਣੀ ਅਸ਼ਟਪਦੀਆਂ। ਕੱਲ ਵਿਚਾਰ ਰਹੇ ਸੀ ਆਪਾਂ ਕਿ ਜਦੋਂ ਸਾਨੂੰ ਪੂਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਜਦੋਂ ਪਰਮੇਸ਼ਰ ਆਪਣੇ ਜਨਾਂ ਦੁਆਰਾ ਸਾਨੂੰ ਆਪਣਾ ਸ਼ਬਦ ਦਾ ਗਿਆਨ ਦਿੰਦਾ ਹੈ, ਸ਼ਬਦ ਸੁਣਾਉਂਦਾ ਹੈ, ਜਿੱਥੇ ਤ੍ਰੈ ਗੁਣਾ ਤੋਂ ਮਨ ਨਿਰਲੇਪ ਹੋ ਜਾਂਦਾ ਹੈ, ਚੌਥੇ ਪਦ ਵਿੱਚ ਵਾਸਾ ਹੁੰਦਾ ਹੈ, ਜਿੱਤ ਜੁੜ ਜਾਂਦਾ ਹੈ ਚੌਥੇ ਪਦ ਵਿੱਚ। ਚੌਥਾ ਪਦ ਕੀ ਹੈ? ਜਿੱਥੇ ਪ੍ਰਕਾਸ਼ ਹੈ। ਉਹ ਪ੍ਰਕਾਸ਼ ਜਿਹੜਾ ਆਦਿ ਵਿੱਚ ਸੱਚ ਸੀ, ਅੱਜ ਵੀ ਹੈ ਤੇ ਅੱਗੇ ਵੀ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ। ਜਦ ਤੋਂ ਯੁੱਗ ਸ਼ੁਰੂ ਕਰ ਦਿੱਤੇ ਉਦੋਂ ਵੀ ਸੱਚ ਮੌਜੂਦ ਹੈ, ਅੱਜ ਵੀ ਹੈ ਤੇ ਸੰਸਾਰ ਦ੍ਰਿਸ਼ਟਮਾਨ ਨਾਸ ਹੋ ਸਕਦਾ ਹੈ, ਲੇਕਿਨ ਸੱਚ ਫਿਰ ਵੀ ਰਹਿਣ ਵਾਲਾ ਹੈ। ਇਸਨੂੰ ਆਪਾਂ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚ ਹੈ ਜਿਹੜਾ, ਉਹ ਚੌਥਾ ਪਦ ਹੈ। ਪੂਰਾ ਸਤਿਗੁਰ ਸ਼ਬਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੈ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਗੁਰ ਸ਼ਬਦ ਦੁਆਰਾ ਹਉਮੈ ਖਤਮ ਹੋ ਜਾਂਦੀ ਹੈ ਤੇ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ ਤੇ ਪ੍ਰਕਾਸ਼ ਪ੍ਰਕਾਸ਼ ਨੂੰ ਮਿਲਦਾ ਹੈ, ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਸਮਾਉਂਦਾ ਹੈ। ਏਦਾਂ ਬ੍ਰਹਮ ਦਾ ਮਿਲਾਪ ਹੋ ਜਾਂਦਾ ਹੈ, ਕਿਉਂਕਿ ਅਸੀਂ ਵੀ ਬ੍ਰਹਮ ਦੀ ਅੰਸ਼ ਹਾਂ ਤੇ ਬ੍ਰਹਮ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ। ਬ੍ਰਹਮ ਚੌਥਾ ਪਦ ਹੈ, ਜਿੱਥੇ ਜਾ ਕੇ ਅਸੀਂ ਇੱਕ ਰੂਪ ਹੋ ਜਾਂਦੇ ਹਾਂ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕ ਆਪ ਨਹੀਂ ਕਿਛ ਪਰਮ, ਸਹਿ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਬੜਭਾਗੀ ਪਾਈਐ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਗੌੜੀ ਰਾਗ ਦੇ ਵਿੱਚ ਹੀ ਮਹੱਲਾ ਤੀਜੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਦੇ ਦੂਜੇ ਪਾਏ। ਜਿਹੜੇ ਮਨਮੁਖ ਨੇ, ਜੋ ਦੂਜੇ ਨੂੰ ਪਾਇਆ ਹੈ, ਜਿਹਨਾਂ ਗੁਰ ਸ਼ਬਦ ਦਾ ਗਿਆਨ ਨਹੀਂ ਲਿਆ, ਉਹਨਾਂ ਨੂੰ ਕਾਲ ਖਾਂਦਾ ਹੈ। ਉਹ ਤ੍ਰੈ ਗੁਣਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਜਾਂਦੇ ਨੇ। ਲੇਕਿਨ ਜਿਹੜੇ ਗੁਰ ਸੇਵਾ ਕਰਦੇ ਨੇ, ਮਤਲਬ ਕਹਿੰਦੇ ਉਹਨਾਂ ਨੂੰ ਇਹ ਕਾਲ ਨਹੀਂ ਖਾਂਦਾ। ਜੋ ਤ੍ਰੈ ਗੁਣ ਕਾਲ ਨਿਸ਼ਚਿਤ ਸਾਡੇ ਸਿਰ ਤੇ ਕਾਰ ਪਾਈ ਹੈ, ਤ੍ਰੈ ਗੁਣ ਕਾਲ ਹੈ ਕੀ ਸਿਰ ਕਾਰਾ, ਉਹ ਫਿਰ ਸਾਨੂੰ ਕਾਲ ਨਹੀਂ ਖਾ ਸਕਦਾ, ਕਿਉਂਕਿ ਚੌਥੇ ਪਦ ਵਿੱਚ ਫਿਰ ਜਦੋਂ ਵਾਸਾ ਹੈ ਉੱਥੇ ਕਾਲ ਨਹੀਂ ਹੈ, ਪਰ ਉਹ ਗੁਰ ਦੀ ਸੇਵਾ ਦੇ ਨਾਲ ਹੀ ਹੁੰਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਵੀ ਗੁਰ ਦੀ ਸੇਵਾ ਕਰੋ ਫਿਰ ਕਾਲ ਨਹੀਂ ਖਾਏਗਾ। ਮਨਮੁਖ ਖਾਦੇ ਦੂਜੇ ਪਾਏ, ਜਿਨ੍ਹਾਂ ਦਾ ਦੂਜੇ ਨਾਲ ਪਿਆਰ ਹੈ, ਗੁਰ ਦੀ ਸੇਵਾ ਨਹੀਂ ਕਰਦੇ, ਗੁਰ ਦਾ ਗਿਆਨ ਨਹੀਂ ਲੈਂਦੇ, ਗੁਰ ਨੂੰ ਮਨ ਵਿੱਚ ਨਹੀਂ ਵਸਾਉਂਦੇ, ਮਨਮੁਖ ਨੇ ਜਿਹੜੇ ਗੁਰ ਦੀ ਮਤ ਨਹੀਂ ਲੈਂਦੇ, ਉਹਨਾਂ ਨੂੰ ਫਿਰ ਕਾਲ ਖਾਂਦਾ ਹੈ। ਉਹ ਤ੍ਰੈ ਗੁਣਾ ਤੋਂ ਆਜ਼ਾਦ ਨਹੀਂ ਹੋ ਸਕਦੇ, ਮੁਕਤ ਨਹੀਂ ਹੋ ਸਕਦੇ, ਚੌਥੇ ਪਦ ਵਿੱਚ ਵਾਸਾ ਨਹੀਂ ਹੋ ਸਕਦਾ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਬ੍ਰਹਮਾ ਵੇਦ ਪੜ੍ਹੈ ਵਾਦ ਵਖਾਣੈ। ਬ੍ਰਹਮਾ
ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਨ੍ਹਾਂ ਨੂੰ ਆਪਾਂ ਵਿਦਵਾਨ ਕਹਿ ਦਿੰਦੇ ਹਾਂ, ਜਿਹੜੇ ਵੇਦਾਂ ਨੂੰ ਪੜ੍ਹਦੇ ਨੇ ਪਰ ਪੜ੍ਹ ਕੇ ਵੇਦਾਂ ਦੇ ਵਿੱਚ ਨਾਮ ਉੱਤਮ ਲਿਖਿਆ ਸੀ ਉਸ ਨੂੰ ਤਾਂ ਸਮਝਦੇ ਨਹੀਂ, ਉਸ ਦਾ ਗਿਆਨ ਨਹੀਂ ਲੈਂਦੇ ਤੇ ਵਾਦ ਵਿਵਾਦ ਦੀਆਂ ਗੱਲਾਂ ਕਰਦੇ ਨੇ, ਵੈਰ ਵਿਰੋਧ ਸਿਖਾਉਂਦੇ ਨੇ। ਐਸੇ ਸਮਝਾਉਂਦੇ ਨੇ ਬ੍ਰਹਮਾ ਵੇਦ ਪੜ੍ਹੈ ਬਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ। ਅੰਤਰ ਅਗਨ ਹੈ, ਤਮੋ ਗੁਣ ਦਾ ਹੰਕਾਰ ਹੈ, ਇਸ ਕਰਕੇ ਆਪਣੇ ਆਪ ਦੀ ਪਹਿਚਾਣ ਨਹੀਂ ਕਰਦੇ। ਤ੍ਰਿਸ਼ਨਾ ਹੈ, ਮਾਇਆ ਹੈ, ਮੋਲ ਫਸਿਆ ਹੈ ਜੀਵ, ਇਸ ਕਰਕੇ ਆਪਣੇ ਆਪ ਦੀ ਪਹਿਚਾਣ ਨਹੀਂ ਕਰਦੇ। ਪੜ੍ਹਦੇ ਨੇ ਵੇਦਾਂ ਨੂੰ, ਵਾਦ ਵਿਵਾਦ ਦੀਆਂ ਗੱਲਾਂ ਕਰਦੇ ਨੇ, ਕਿਸ ਵਾਸਤੇ ਕਰਦੇ ਨੇ? ਮਾਇਆ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ। ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ। ਹੁਣ ਪ੍ਰਭੂ ਦੀ ਤਾਂ ਹੀ ਪਾ ਸਕਦੇ ਹਾਂ ਜੇ ਸਾਨੂੰ ਗੁਰ ਸ਼ਬਦ ਦਾ ਕੋਈ ਗਿਆਨ ਦੇਗਾ, ਪਰ ਇਹ ਬ੍ਰਹਮਾ ਦੇ ਨਹੀਂ ਸਕਦਾ। ਨਾ ਬ੍ਰਹਮਾ ਦੇ ਸਕਦਾ ਹੈ, ਨਾ ਵਿਸ਼ਨੂੰ ਦੇ ਸਕਦਾ ਹੈ, ਤੇ ਨਾ ਗੋਰਖ ਦੇ ਸਕਦਾ ਹੈ, ਸ਼ਿਵ ਜੀ ਦੇ ਸਕਦਾ ਹੈ। ਇਹ ਕੌਣ ਦਿੰਦਾ ਹੈ? ਗੁਰਮੁਖ, ਜਿਸ ਦੇ ਰਸਨਾ ਤੇ ਆਪ ਮਾਲਕ ਸਾਨੂੰ ਇਹ ਗਿਆਨ ਦਿੰਦਾ ਹੈ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਸਾਧੂ ਕਹਿ ਦਿੰਦੇ ਹਾਂ, ਗੁਰਮੁਖ ਕਹਿ ਦਿੰਦੇ ਹਾਂ, ਸੰਤ ਕਹਿ ਦਿੰਦੇ ਹਾਂ, ਭਗਤ ਕਹਿ ਦਿੰਦੇ ਹਾਂ। ਫਿਰ ਹੀ ਪ੍ਰਭੂ ਨੂੰ ਪਾ ਸਕਦੇ ਹਾਂ। ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ। ਗੁਰ ਦਾ ਗਿਆਨ ਲੈ ਕੇ, ਗੁਰਮੁਖਾਂ ਦਾ ਸੰਗ ਕਰਕੇ ਅਪਰਾਧੀ ਵੀ ਜੀਵ ਨੇ ਜਿਹੜੇ, ਉਹ ਵੀ ਗਿਆਨ ਲੈ ਕੇ ਅਪਰਾਧ ਛੱਡ ਦਿੰਦੇ ਨੇ, ਸਿੱਧੇ ਰਸਤੇ ਪੈ ਜਾਂਦੇ ਨੇ, ਕਿੱਡੇ ਅਪਰਾਧੀ ਹੋਵੇ। ਪਰ ਜੋ ਗੁਰਮੁਖਾਂ ਦਾ ਸੰਗ ਕਰਦਾ ਹੈ, ਗੁਰਮੁਖਾਂ ਤੋਂ ਗੁਰ ਦਾ ਗਿਆਨ ਲੈਂਦਾ ਹੈ, ਉਹ ਵੀ ਸਿੱਧੇ ਰਸਤੇ ਚੱਲ ਪੈਂਦਾ ਹੈ। ਗੁਰ ਕੈ ਸ਼ਬਦ ਅੰਤਰ ਸਹਿਜ ਰੀਤੇ। ਗੁਰ ਦੇ ਸ਼ਬਦ ਨਾਲ ਮਨ ਅੰਤਰ ਜਿਹੜਾ ਸਹਿਜ ਹੈ, ਚੌਥਾ ਪਦ ਹੈ, ਉਸ ਦੇ ਵਿੱਚ ਰੀਝਦਾ ਹੈ, ਉਸ ਦੇ ਆਨੰਦ ਨੂੰ ਮੰਨਦਾ ਹੈ। ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ। ਉਹ ਮੇਰਾ ਪ੍ਰਭੂ ਹੈ, ਉਸ ਨੂੰ ਕਿਵੇਂ ਪਾਇਆ ਜਾਂਦਾ ਹੈ? ਕਿ ਗੁਰ ਦਾ ਸ਼ਬਦ ਲੈ ਕੇ। ਗੁਰ ਸਾਨੂੰ ਕਿੱਥੇ ਸਮਝਾਉਂਦਾ ਹੈ? ਸਿੱਧਾ ਰਸਤਾ ਦਿਖਾਉਂਦਾ ਹੈ ਵੀ ਸਾਹਮਣੇ ਹੀ ਮਾਲਕ ਹੈ। ਇਸ ਤਰੀਕੇ ਦੇ ਨਾਲ ਆਪਾਂ ਉਸ ਨੂੰ ਦੇਖਣਾ ਹੈ, ਇਸ ਤਰੀਕੇ ਨਾਲ ਆਪਾਂ ਅੰਤਰਗਤ ਜਾਣਾ ਹੈ, ਸਹਿਜ ਦੇ ਵਿੱਚ ਜਾਣਾ ਹੈ, ਜੋ ਕਿ ਸਾਹਮਣੇ ਹੀ ਬਸਦਾ ਹੈ। ਸਤਿਗੁਰ ਮੇਲੇ ਪ੍ਰਭ ਆਪ ਮਿਲਾਏ। ਪ੍ਰਭੂ ਆਪ ਮਿਲਾਉਂਦਾ ਹੈ, ਪਰ ਮਿਲਾਉਂਦਾ ਕਿਵੇਂ ਹੈ? ਆਪਣੇ ਜਨਾਂ ਦੁਆਰਾ ਆਪਣਾ ਗਿਆਨ ਦੇ ਕੇ, ਸੱਚਾ ਗੁਰ ਦੇ ਕੇ, ਸੱਚਾ ਉਪਦੇਸ਼ ਦੇ ਕੇ। ਮਿਲਾਉਣ ਵਾਲਾ ਆਪ ਹੈ। ਕੋਈ ਜਨ ਕਹੇ ਵੀ ਮੈਂ ਮਿਲਾ ਦੇਵਾਂਗਾ, ਨਹੀਂ ਮਿਲਾ ਸਕਦਾ, ਪਰ ਉਹ ਜੂਨਾਂ ਦੇ ਵਿੱਚ ਨਹੀਂ ਹੈ। ਇਸ ਕਰਕੇ ਉਹ ਆਪਣੇ ਜਨਾਂ ਦੁਆਰਾ ਆਪਣਾ ਗਿਆਨ ਦਿੰਦਾ ਹੈ, ਆਪਣੇ ਸਾਧੂ ਜਨਾਂ ਦੁਆਰਾ, ਸੰਤ ਜਨਾਂ ਦੁਆਰਾ, ਗੁਰਮੁਖਾਂ ਦੁਆਰਾ ਆਪ ਸਾਨੂੰ ਗਿਆਨ ਦਿੰਦਾ, ਆਪਣੇ ਭਗਤਾਂ ਦੁਆਰਾ ਆਪ ਗਿਆਨ ਦਿੰਦਾ ਹੈ। ਮੇਰੇ ਪ੍ਰਭ ਸਾਚੇ ਕੇ ਕਹਿ ਮਨ ਪਾਏ। ਜਿਹੜੇ ਉਸ ਪ੍ਰਭੂ ਦੇ ਮਨ ਨੂੰ ਪਾ ਜਾਂਦੇ ਨੇ, ਜਿਹੜਾ ਮਨ ਉਸ ਨੂੰ ਪਾ ਜਾਂਦਾ ਹੈ, ਪ੍ਰਭੂ ਨੂੰ, ਸੱਚ ਨੂੰ, ਉਹਨਾਂ ਨੂੰ ਫਿਰ ਆਪ ਮਿਲਾ ਲੈਂਦਾ ਹੈ, ਸੱਚਾ ਗੁਰ ਦੇ ਕੇ, ਸੱਚਾ ਗਿਆਨ ਦੇ ਕੇ। ਹਰ ਗੁਣ ਗਾਵੇ ਸਹਿਜ ਸੁਭਾਏ। ਫਿਰ ਜਿਹੜੇ ਉਸ ਨੂੰ ਪਾ ਜਾਂਦੇ ਨੇ, ਸਹਿਜ ਵਿੱਚ ਵਾਸਾ ਕਰਦੇ ਨੇ, ਜਿਹੜੇ ਉਸ ਨੂੰ ਪਾਉਂਦੇ ਨੇ, ਉਹ ਫਿਰ ਹਰੀ ਦੇ ਗੁਣ ਗਾਉਂਦੇ ਨੇ। ਉਹਨਾਂ ਦੁਆਰਾ ਫਿਰ ਆਪਣਾ ਗਿਆਨ ਦਿੰਦਾ ਹੈ, ਕਿਉਂਕਿ ਉਹਨਾਂ ਨੂੰ ਇਸ ਕਾਰ ਦੇ ਵਿੱਚ ਲਾਉਂਦਾ ਹੈ ਕਿ ਤੁਸੀਂ ਹੁਣ ਦੂਜੇ ਜੀਵਾਂ ਨੂੰ ਜੋੜਨਾ ਹੈ, ਦੂਜੇ ਜੀਵਾਂ ਨੂੰ ਗਿਆਨ ਦੇਣਾ ਹੈ। ਬਿਨ ਗੁਰ ਸਾਚੇ ਭਰਮ ਭੁਲਾਏ। ਸੱਚੇ ਗੁਰ ਤੋਂ ਬਿਨਾਂ ਜੀਵ ਭਰਮ ਦੇ ਵਿੱਚ ਪਿਆ ਰਹਿੰਦਾ ਹੈ। ਸਾਰਾ ਸੰਸਾਰ ਹੀ
ਭਰਮ ਦੇ ਵਿੱਚ ਪਿਆ ਹੈ, ਕਿਉਂਕਿ ਸੱਚਾ ਗੁਰ ਨਹੀਂ ਲੈਂਦਾ ਤੇ ਭਰਮ ਦੂਰ ਨਹੀਂ ਹੁੰਦਾ। ਮਨਮੁਖ ਅੰਧੇ ਸਦਾ ਬਿਖ ਖਾਏ। ਮਨਮੁਖ ਨੇ, ਅੰਧੇ ਨੇ, ਸੰਸਾਰ ਨੂੰ ਤਾਂ ਦੇਖਦੇ ਨੇ, ਤ੍ਰੈ ਗੁਣਾ ਦਾ ਜੋ ਸੰਸਾਰ ਹੈ, ਦ੍ਰਿਸ਼ਟਮਾਨ ਹੈ, ਇਸ ਨੂੰ ਤਾਂ ਦੇਖਦੇ ਨੇ, ਲੇਕਿਨ ਜੋ ਸੱਚ ਹੈ, ਨਿਰੰਕਾਰ ਹੈ, ਜੋ ਕਿ ਸਾਹਮਣੇ ਹੀ ਹੈ, ਜਿਸ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ, ਉਸ ਨੂੰ ਨਹੀਂ ਦੇਖ ਸਕਦੇ, ਕਿਉਂਕਿ ਉਹ ਗੁਰ ਦੇ ਗਿਆਨ ਤੋਂ ਬਿਨਾਂ ਸਾਨੂੰ ਉਸ ਦੀ ਸੋਝ ਹੀ ਨਹੀਂ ਆਉਂਦੀ। ਸਾਰਾ ਸੰਸਾਰ ਦੇਖ ਕੇ ਵੀ ਉਸ ਨੂੰ ਮੁਕਤ ਨਹੀਂ ਹੋ ਸਕਦਾ ਜਦ ਤੱਕ ਗੁਰ ਸ਼ਬਦ ਦਾ ਵਿਚਾਰ ਨਹੀਂ ਸੁਣਦਾ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰ ਸ਼ਬਦ ਦੀ ਵਿਚਾਰ ਨਹੀਂ ਲੈਂਦਾ ਜਦ ਤੱਕ ਸੁਣਦਾ, ਤੇ ਮੁਕਤ ਨਹੀਂ ਹੋ ਸਕਦਾ, ਸੋਝੀ ਨਹੀਂ ਹੁੰਦੀ, ਭਰਮ ਦੂਰ ਨਹੀਂ ਹੁੰਦਾ। ਜਮ ਡੰਡ ਸਹੈ ਸਦਾ ਦੁੱਖ ਪਾਏ। ਐਸੇ ਜੀਵ ਨੇ ਫਿਰ ਜਿਹੜੇ ਅੰਧੇ ਨੇ, ਆਪਣਾ ਜਨਮ ਗਵਾ ਲੈਂਦੇ ਨੇ ਭਰਮ ਦੇ ਵਿੱਚ ਹੀ, ਫਿਰ ਉਹਨਾਂ ਨੂੰ ਜਮ ਡੰਡ ਦਿੰਦੇ ਨੇ, ਸਜ਼ਾ ਦਿੰਦੇ ਨੇ। ਦੁੱਖ ਸਦਾ ਦੁੱਖ ਪਾਉਂਦਾ ਹੈ ਜੀਵ, ਕਿਉਂਕਿ ਬਹੁਤ ਲੰਮਾ ਸਮਾਂ ਸਾਨੂੰ ਫਿਰ ਦੁੱਖ ਪਾਉਣਾ ਪੈਂਦਾ ਹੈ। 84 ਲੱਖ ਜੂਨੀ ਭੋਗਣੀ ਪੈਂਦੀ ਹੈ। ਜਮੂਆ ਨਾ ਜੋ ਹੈ ਹਰ ਕੀ ਸਰਨਾਈ। ਪਰ ਜਿਹੜੇ ਜੀਵ ਗੁਰ ਦਾ ਗਿਆਨ ਲੈ ਕੇ ਹਰੀ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਮੂਆ ਜੋ ਨਹੀਂ ਸਕਦਾ, ਉਹਨਾਂ ਨੂੰ ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੇ। ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ, ਹਰੀ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਕਿਵੇਂ ਜਾਣਾ ਹੈ? ਗੁਰ ਦੇ ਗਿਆਨ ਦੁਆਰਾ। ਜਿਨ੍ਹਾਂ ਕੋਲ ਗੁਰ ਸ਼ਬਦ ਹੈ, ਕਿਉਂਕਿ ਜਿਨ੍ਹਾਂ ਨੇ ਗੁਰ ਸ਼ਬਦ ਨੂੰ ਮਨ ਵਿੱਚ ਵਸਾ ਲਿਆ ਹੈ, ਜਿਹੜੇ ਉਸ ਦੇ ਸਨਮੁਖ ਹੋ ਜਾਂਦੇ ਨੇ, ਫਿਰ ਸਦਾ ਹਰੀ ਉਹਨਾਂ ਦੇ ਨਾਲ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਨਿਰਮਲ ਰਹਿੰਦਾ ਹੈ। ਜਿਹੜੇ ਗੁਰ ਦੇ ਗਿਆਨ ਦੁਆਰਾ ਪ੍ਰਭੂ ਦੇ ਸਨਮੁਖ ਹੋ ਜਾਂਦੇ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੜ ਸਦਾ ਰਹੇ ਪਰਨੈ, ਗੁਰ ਬਿਨ ਅਵਰ ਨ ਜਾਣੈ ਕੋਇ। ਕਹਿ ਨਾਨਕ ਸੁਣੋ ਸੰਤੋ, ਸੋ ਜਨ ਸਨਮੁਖ ਹੋਏ। ਸੋ ਸਿੱਖ ਸਨਮੁਖ ਹੋਏ। ਉਹ ਸਨਮੁਖ ਰਹਿੰਦਾ ਹੈ ਜਿਹੜੇ ਗੁਰ ਤੋਂ ਬਿਨਾਂ ਹੋਰ ਨਹੀਂ ਜਾਣਦੇ। ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ, ਗੁਰ ਉਹਨਾਂ ਦੇ ਨਾਲ ਰਹਿੰਦਾ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਇਸ ਕਰਕੇ ਸਮਝਾਉਂਦੇ ਨੇ ਕਿ ਉਹਨਾਂ ਨੂੰ ਫਿਰ ਜਮ ਜੋ ਨਹੀਂ ਸਕਦੇ। ਹਉਮੈ ਮਾਰ ਸੱਚ ਲਿਵ ਲਾਈ। ਜਮ ਉਦੋਂ ਤੱਕ ਜਿਉਂਦੇ ਨੇ ਜਦ ਤੱਕ ਜੀਵ ਹਉਮੈ ਦੇ ਵਿੱਚ ਹੈ। ਹਉਮੈ ਦਾ ਕੰਡਾ ਜਦ ਤੱਕ ਹੈ ਤੇ ਉਹਨਾਂ ਨੂੰ ਫਿਰ ਜਮ ਜਿਉਂਦੇ ਨੇ। ਉਹ ਦਮਾਂ ਦਾ ਡੰਡ ਸਹਿੰਦੇ ਨੇ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਜਿਹੜੇ ਹਰੀ ਦੇ ਵਿੱਚ ਸਮਾ ਜਾਂਦੇ ਨੇ, ਅਬਿਨਾਸੀ ਪਰਮੇਸ਼ਰ ਨੂੰ ਪਾ ਲੈਂਦੇ ਨੇ, ਉਹਨਾਂ ਦੀ ਸੋਭਾ ਖੰਡਾ ਬ੍ਰਹਮੰਡਾ ਚ ਹੁੰਦੀ ਹੈ। ਜਿਹੜੇ ਹਰੀ ਦੇ ਰਸ ਨੂੰ ਨਹੀਂ ਚੱਖਦੇ, ਜਿਨ ਹਰ ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਹਰੀ ਦੇ ਰਸ ਨੂੰ ਨਹੀਂ ਪਾਇਆ, ਉਹਨਾਂ ਨੂੰ ਫਿਰ ਜਾਮਾਂ ਦੀ ਮਾਰ ਪੈਂਦੀ ਹੈ। ਉਹਨਾਂ ਨੂੰ ਭੜਕਣਾ 84 ਲੱਖ ਜੂਨ ਭੋਗਣੇ ਪੈਂਦੇ ਨੇ। ਇਸ ਕਰਕੇ ਸਮਝਾਉਂਦੇ ਨੇ, ਸਦਾ ਰਹੇ ਹਰ ਨਾਮ ਲਿਵ ਲਾਈ। ਫਿਰ ਜਿਹੜੇ ਹਉਮੈ ਮਾਰ ਲੈਂਦੇ ਨੇ, ਸੱਚ ਦੇ ਨਾਲ ਲਿਵ ਜੋੜ ਲੈਂਦੇ ਨੇ, ਤੇ ਉਹਨਾਂ ਦੀ ਲਿਵ ਫਿਰ ਸਦਾ ਹੀ ਜੁੜੀ ਰਹਿੰਦੀ ਹੈ। ਕਿਉਂਕਿ ਜਦੋਂ ਲਿਵ ਜੁੜ ਜਾਂਦੀ ਉਸ ਪ੍ਰਭੂ ਦੇ ਨਾਲ, ਜਿਨ੍ਹਾਂ ਦੀ ਲਿਵ ਜੋੜ ਲੈਂਦਾ ਹੈ, ਉਹਨਾਂ ਨੂੰ ਫਿਰ ਵਿਸਾਰਦਾ ਨਹੀਂ ਹੈ।
ਜਿਨ੍ਹਾਂ ਨੂੰ ਆਪ ਰੱਖ ਲੈਂਦਾ ਹੈ, ਜਿਨ੍ਹਾਂ ਤੇ ਖੁਸ਼ ਹੋ ਜਾਂਦਾ ਹੈ। ਜਿਸ ਨੂੰ ਹੋਏ ਦਿਆਲ ਮਨੋ ਨਾ ਵਿਸਾਰਿਆਨ, ਸਾਧ ਜਨਾ ਕੈ ਸੰਗ ਭਵਜਲ ਤਾਰਿਆਨ। ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ। ਸਤਿਗੁਰ ਦੀ ਸੇਵਾ ਜੋ ਕਰਦੇ ਨੇ ਉਹ ਜਨ ਜਿਹੜੇ ਨਿਰਮਲ ਨੇ, ਪਵਿੱਤਰ ਨੇ। ਮਨ ਸਿਓ ਮਨ ਮਿਲਾਏ ਸਭ ਜਗ ਜੀਤਾ। ਉਹ ਜੀਵ ਫਿਰ ਸੱਚੇ ਗੁਰ ਦੀ ਸੇਵਾ ਕਰਦੇ ਨੇ, ਨਿਰਮਲ ਨੇ, ਉਹ ਦੂਜੇ ਮਨਾਂ ਨੂੰ ਵੀ ਫਿਰ ਮਿਲਾਉਂਦੇ ਨੇ। ਕਿਉਂਕਿ ਇੱਥੇ ਆਪਾਂ ਨੂੰ ਸਰੀਰਾਂ ਕਰਕੇ ਮਿਲਦੇ ਹਾਂ, ਲੇਕਿਨ ਜਦੋਂ ਪ੍ਰਭੂ ਨੂੰ ਜਾਣ ਲੈਂਦੇ ਨੇ ਜੀਵ, ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ, ਉਹ ਸਾਨੂੰ ਮਨ ਕਰਕੇ ਵੀ ਪ੍ਰਭੂ ਦੇ ਨਾਲ ਮਿਲਾਉਂਦੇ ਨੇ। ਕਿਉਂਕਿ ਮਿਲਣਾ ਕਿਸ ਨੇ ਹੈ? ਮਨ ਨੇ। ਪਹਿਲਾਂ ਆਪਾਂ ਸਰੀਰਾਂ ਦਾ ਇੱਕ ਸਰੀਰ ਕੋਲ ਜਾਂਦਾ ਹੈ, ਤ੍ਰੈਗੁਣੀ ਹੀ ਵਿਚਾਰਾਂ ਕਰਦਾ ਹੈ ਜੀਵ, ਤ੍ਰੈਗੁਣੀ ਹੀ ਵਿਚਾਰਾਂ ਸੁਣਦਾ ਹੈ। ਪਰ ਜਿਨ੍ਹਾਂ ਨੇ ਮਨ ਨੂੰ ਜਾਣ ਲਿਆ, ਮਨ ਨਿਰਮਲ ਹੋ ਗਿਆ, ਉਹ ਦੂਜੇ ਜੀਵ ਨੂੰ, ਮਨ ਨੂੰ ਕਿਵੇਂ ਮਿਲਾਉਣਾ ਹੈ, ਮਨ ਨੂੰ ਕਿਵੇਂ ਜਾਣਨਾ ਹੈ, ਮਨ ਨੂੰ ਕਿਵੇਂ ਪਹਿਚਾਨਣਾ ਹੈ, ਮਨ ਨੇ ਕਿਵੇਂ ਭਗਤੀ ਕਰਨੀ ਹੈ, ਕਿਵੇਂ ਪਿਆਰ ਕਰਨਾ ਹੈ, ਮਨ ਦਾ ਕਿਹੜਾ ਸ਼ਿੰਗਾਰ ਹੈ, ਮਨ ਦਾ ਭੋਜਨ ਕੀ ਹੈ, ਮਨ ਕਿੱਥੇ ਇਸ਼ਨਾਨ ਕਰਦਾ ਹੈ, ਉਹ ਫਿਰ ਇਹ ਸਾਰਾ ਜੀਵਾਂ ਨੂੰ ਗਿਆਨ ਦਿੰਦੇ ਨੇ। ਕਿਉਂਕਿ ਮਨ ਨੂੰ ਮਿਲਾਉਣਾ ਹੈ। ਇੱਕ ਮਨ ਸੁਣ ਕੇ ਦੂਜੇ ਮਨ ਦੀ, ਜਿਸ ਮਨ ਨੇ ਜਾਣ ਲਿਆ ਹੈ, ਜਿਹੜਾ ਮਨ ਪ੍ਰਭੂ ਨੂੰ ਜਾਣਦਾ ਹੈ, ਉਸ ਦੀ ਸੁਣ ਕੇ ਜਿਹੜੇ ਮਨ ਲੈਂਦੇ ਨੇ, ਉਹਨਾਂ ਦਾ ਫਿਰ ਜਿਹੜਾ ਜੀਵਨ ਸਫਲ ਹੋ ਜਾਂਦਾ ਹੈ। ਉਹਨਾਂ ਦੀ ਗਤ ਨਹੀਂ ਕਹਿ ਸਕਦੇ ਜਿਹੜੇ ਨਾਮ ਨੂੰ ਸੁਣ ਕੇ ਮੰਨ ਲੈਂਦੇ ਨੇ। ਜਿਸਨੂੰ ਆਪਾਂ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਜੇ ਕੋਈ ਮਨ ਜਾਣਦਾ ਹੈ, ਉਹ ਫਿਰ ਦੂਜੇ ਮਨ ਨੂੰ ਗਿਆਨ ਦਿੰਦਾ ਹੈ, ਸਿੱਖ ਸੁਣਾਉਂਦਾ ਹੈ। ਜਿਹੜੇ ਸੁਣ ਕੇ ਮੰਨ ਲੈਂਦੇ ਨੇ, ਉਹਨਾਂ ਦੀ ਗਤ ਕਹੀ ਨਹੀਂ ਜਾਂਦੀ। 4 ਪੌੜੀਆਂ ਮੰਨੇ ਦੇ ਉੱਤੇ ਲਿਖੀਆਂ ਨੇ ਗੁਰਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ। ਇਨ ਬਿਦ ਕੁਸ਼ਲ ਤੇਰਾ ਮੇਰੇ ਮਿੱਤਰ, ਤੇ ਸਮਝਾਉਂਦੇ ਨੇ ਕਿ ਹੇ ਮਿੱਤਰ, ਇਹ ਵਿਦ ਹੈ, ਇਹ ਜੁਗਤ ਹੈ, ਏਦਾਂ ਤੇਰਾ ਸਾਰਾ ਕੁਸ਼ਲ ਹੋ ਜਾਏਗਾ, ਤੂੰ ਕੁਸ਼ਲ ਮੰਗਲ ਹੋ ਜਾਏਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਜੇ ਤੂੰ ਏਦਾਂ ਉਹਨਾਂ ਜੀਵਾਂ ਦਾ ਸੰਗ ਕਰੇਗਾ ਜਿਨ੍ਹਾਂ ਦਾ ਮਨ ਨਿਰਮਲ ਹੈ, ਉਹੀ ਸਤਿਗੁਰ ਦੀ ਸੇਵਾ ਕਰਦੇ ਨੇ, ਉਹੀ ਸਾਨੂੰ ਸਤਿਗੁਰ ਦਾ ਗਿਆਨ ਦਿੰਦੇ ਨੇ। ਸਤਿਗੁਰ ਸੇਵੇ ਸੋ ਫਲ ਪਾਏ। ਕਿਉਂਕਿ ਫਲ ਕਿਸ ਨੂੰ ਮਿਲਦਾ ਹੈ? ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ। ਇੱਕ ਜੀਵ ਸਤਿਗੁਰ ਦਾ ਗਿਆਨ ਦਿੰਦੇ ਨੇ, ਦੂਜੇ ਜੀਵ ਉਸ ਨੂੰ ਸੁਣਦੇ ਨੇ, ਤੇ ਫਿਰ ਸਤਿਗੁਰ ਦੇ ਨਾਲ ਲਿਵ ਜੋੜਦੇ ਨੇ। ਸਤਿਗੁਰ ਦੀ ਸੇਵਾ ਕਰਨ ਵਾਲੇ ਨੇ ਜਿਹੜੇ, ਉਹ ਬੜਭਾਗੀ ਹੁੰਦੇ ਨੇ। ਸਤਿਗੁਰ ਸੇਵੈ ਸੋ ਬੜਭਾਗੀ, ਸੰਤਕ ਸੰਗ ਏਕ ਲਿਵ ਲਾਗੀ। ਸੰਤਾਂ ਦਾ ਸੰਗ ਕਰਦੇ ਨੇ, ਇੱਕ ਲਿਵ ਜੋੜ ਲੈਂਦੇ ਨੇ, ਫਿਰ ਉਹ ਸਤਿਗੁਰ ਦੀ ਸੇਵਾ ਕਰਦੇ ਨੇ। ਸਤਿਗੁਰ ਸੇਵੇ ਸੋ ਫਲ ਪਾਏ, ਹਿਰਦੈ ਨਾਮ ਵਿੱਚੋਂ ਆਪ ਗਵਾਏ। ਆਪਾ ਖਤਮ ਹੋ ਜਾਂਦਾ ਹੈ ਸਤਿਗੁਰ ਦੀ ਸੇਵਾ ਦੇ ਨਾਲ, ਫਿਰ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਕਿਉਂਕਿ ਜਦੋਂ ਮਨ ਆਪਾ ਖਤਮ ਹੋ ਗਿਆ, ਮਨ ਪ੍ਰਕਾਸ਼ ਰੂਪ ਹੋ ਗਿਆ, ਤੇ ਫਿਰ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ। ਮਨ ਨਾਮ ਵਿੱਚ ਵਸ ਜਾਂਦਾ ਹੈ, ਨਾਮ ਮਨ ਵਿੱਚ ਵਸ ਜਾਂਦਾ ਹੈ। ਅਨਹਦ ਬਾਣੀ ਸ਼ਬਦ ਵਜਾਏ। ਇਸ ਅਵਸਥਾ ਵਿੱਚ ਜਾ ਕੇ ਫਿਰ ਜੀਵ ਅਨਹਦ ਬਾਣੀ ਦਾ ਗਿਆਨ ਦਿੰਦਾ ਹੈ, ਗੁਰ ਸ਼ਬਦ ਦਾ ਗਿਆਨ ਦਿੰਦਾ ਹੈ, ਮੁੱਖੋਂ ਦਿੰਦਾ ਹੈ। ਜਿਵੇਂ ਆਪਾਂ ਅਭਿਆਸ ਕਰਦੇ ਹਾਂ ਕਿ ਕਿਵੇਂ ਆਪਾਂ ਧਿਆਨ ਦੇ ਵਿੱਚ ਚੱਲਣਾ ਹੈ, ਕਿੱਥੇ ਆਪਾਂ ਧਿਆਨ ਲਗਾਉਣਾ ਹੈ, ਕਿਵੇਂ ਚੱਲਣਾ ਹੈ, ਕਿਵੇਂ ਆਪਾਂ ਸਹਿਜ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਕਿਵੇਂ ਆਪਣੇ ਨੇਤਰਾਂ ਦਾ ਸ਼ਿੰਗਾਰ ਕਰਨਾ ਹੈ, ਉਹ ਸਾਰਾ ਫਿਰ ਜੀਵ ਗਿਆਨ ਦਿੰਦਾ ਹੈ।
सतगुर ते कवन कवन ना सीधो मेरे भाई। ते समझाउंदे ने भी सतगुर दे द्वारा कौन कौन नहीं सिमर जाता, किस किस नूं सोझी नहीं हो जाती। क्योंकि जो जीव सच्चे मन दे नाल विश्वास दे नाल सतगुर दी सेवा करता है, उस नूं सारी सोझी हो जाती है, उस नूं नाम धन प्राप्त होंदा है। क्योंकि उस नूं आप सतगुर संभालता है, उस नूं आप हलत पलत सवारदा है। किवें संभालदा है? जिवें माँ बच्चे नूं संभालदी है, इदां सतगुर फिर अपने सिख नूं संभालदा है। जिसनूं आपां पढ़दे हां, सतगुर सिख को नाम धन दे, गुर का सिख बड़ भागी है। सतगुर सिख का हलत पलत सवारै, नानक सतगुर सिख को जी नाल संवारै। जिवें माता बच्चे नूं इदां आप सानूं संभालदा है, आप सानूं सवारदा है। भगती सीधे दर शोभा पाई। जिहड़े जीव सतगुर तों ज्ञान लैके जिहड़े भगती करते ने, वो फिर प्रभु दे दर ते शोभा प्राप्त करते ने। प्रभु दा दर कित्थे है? सामने, जित्थों स्वास आउंदा है। इत्थे आपा खत्म हो जाता है, फिर सारे पासे ओही सानू अनुभव हुंदा, ओही सानू दर्शन होंदे, नजर आउंदा है। नानक राम नाम वडियाई। ते इदां फिर ये राम नाम दी वडियाई हुंदी है। क्योंकि प्रभु नूं जान लैंदे हां, प्रगट हो जाता है, आपा जना देंदा है, फिर अपनी वडियाई बख्शिश करदा है। फिर उन्हां जीवां द्वारा अपना ज्ञान आप देंदा है। फिर आप अपना जाप जपाउंदा है। पर यह अवस्था कदों है? जदों असीं एक रूप हो जाते उस प्रभु दे नाल। जिवें आपां 21वां श्लोक पढ़ते हाँ, सुखमनी साहब दा अष्टपदी है श्लोक ने, जिस विच महाराज समझाउंदे ने, सरगुण निर्गुण निरंकार सुन समाधि आप, आपन किया नानका आपे ही फिर जाप। फिर आप ही दया करता है, आप ही सोची देंदा है, आप अपना रूप बना लेंदा है। जब आकार किसना दृष्टि तब पुन तब कहते होता। जब तारी आपन सुन समाता, बैर विरोध की संग कमात। जब इसका वर्ण चिन्ह न जापत, तब हर सौ को किस है व्याप्त। जब आपन आप पार ब्रह्म, तब मोह कहाँ किस होवत परम। आपन खेल आवर्तीजा, नानक करने हार ना दूजा। इदा फिर आप अपना ज्ञान करवा देंदा है। आओ अगला शब्द विचारते हाँ। गौड़ी राग दे विच ही महले तीजे दा शब्द है। रहो पंक्तियां ने, गुरमुख प्राणी भरम गवाए, सहज तुन उपजै हर ले बुलाए। जिहड़े गुरमुख ने, जिहड़े जीव उन्हां दे कोल जाके ज्ञान लैंदे ने, सहज तुन दी सोझी लैंदे ने कि सहज तुन है की। क्योंकि बहुत सारे जो सानू एक कन्ना च आवाज़ सुननी शुरू हो जाती है, जो एक विसल की तरह, एक बांसुरी की तरह आवाज़ आती है, उसे नूं सहज तुन कह देंदे कि ये उस प्रभु दे मुख की आवाज़ है। तेरा मुख सुहावा जियो सहज तुन बाणी। वो केड़ी बाणी है? वो महाराज समझाउंदे ने, उस प्रभु दे मुख की बाणी है। पर वो कित्थे किस दे मुख ते बोलदा है? साधु जनां दे। उत्थे बैठा है, प्रगट है उन्हां दे हिरदे दे विच। उस द्वारा सानू इस सहज दा ज्ञान देंदा है। जिहड़ी साधु दी रसना तो बोली जाती है, जिसनूं महाराज समझाउंदे ने पंचम पातशाह जी, जपिए सहज तुनी हाँ, साध रसन पनी हाँ।
ਵੀ ਉਹ ਸਹਿਜ ਤੋਂ ਨਹੀਂ ਹੈ ਕਿ ਵੀ ਸਾਧੂ ਦੀ ਰਸਨਾ ਤੋਂ ਇਹ ਗਿਆਨ ਦਿੱਤਾ ਜਾਂਦਾ ਹੈ। ਉਸ ਗਿਆਨ ਨੂੰ ਸਹਿਜ ਤੋਂ ਨੇ ਕਿਹਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਫਿਰ ਸਾਡੀ ਹਰੀ ਦੇ ਨਾਲ ਲਿਵ ਜੁੜਦੀ ਹੈ। ਉਹ ਗੁਰ ਦਾ ਗਿਆਨ ਲੈ ਕੇ, ਜਿਹੜੇ ਗੁਰਮੁਖ ਨੇ ਗਿਆਨ ਲੈ ਕੇ ਉਹਨਾਂ ਤੋਂ, ਤੇ ਫਿਰ ਸਾਡਾ ਭਰਮ ਖਤਮ ਹੁੰਦਾ ਹੈ। ਕਿਉਂਕਿ ਨਹੀਂ ਤਾਂ ਸਾਰੇ ਹੀ ਜੀਵ ਭਰਮ ਦੇ ਵਿੱਚ ਨੇ। ਇਨਸਾਨ ਹੀ ਨਹੀਂ ਹੈ, ਦੇਵੀ ਦੇਵਤੇ ਵੀ ਭਰਮ ਦੇ ਵਿੱਚ ਨੇ। ਸਾਰੇ ਬ੍ਰਹਮਾ ਭਰਮ ਦੇ ਵਿੱਚ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਇਹ ਭਰਮ ਦੂਰ ਕਰ ਸਕਦੇ ਹਾਂ। ਕੌਣ ਦੂਰ ਕਰਦਾ ਹੈ? ਗੁਰਮੁਖ। ਤੇ ਭਰਮ ਖਤਮ ਹੋਣ ਤੇ ਹੀ ਸਾਨੂੰ ਪਰਮ ਸੁਖ ਦੀ ਪ੍ਰਾਪਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਸਮਝਾਉਂਦੇ ਨੇ, ਪੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਵੀ ਸੰਸਾਰ ਜਿਹਨੂੰ ਅਸੀਂ ਸੱਚ ਸਮਝਦੇ, ਇਹ ਸੱਚ ਨਹੀਂ ਹੈ, ਇੱਕ ਸੁਪਨਾ ਹੈ। ਇਸ ਕਰਕੇ ਆਪਣਾ ਭਰਮ ਦੂਰ ਕਰ ਲਓ ਕਿ ਇਹ ਸੱਚ ਹੈ, ਇਹ ਝੂਠ ਹੈ। ਤੇ ਇਹਦੇ ਚ ਕੌਣ ਕੌਣ ਭਰਮ ਪਿਆ ਹੈ? ਭਰਮ ਹੈ ਸੁਰ ਨਰ ਦੇਵੀ ਦੇਵਾ। ਸੁਰ ਦੇਵਤੇ, ਨਰ ਮਨੁੱਖ, ਇਹ ਸਾਰੇ ਭਰਮ ਦੇ ਵਿੱਚ। ਦੇਵੀ ਦੇਵਤੇ ਭਰਮ ਦੇ ਵਿੱਚ। ਭਰਮ ਹੈ ਸਿੱਧ ਸਾਧਕ, ਰਿੱਧੀਆਂ ਸਿੱਧੀਆਂ ਵਾਲੇ ਜਿਹੜੇ ਲੋਕ ਨੇ, ਜਿਹੜੇ ਤਨ ਦੀ ਸਾਧਨਾ ਤੱਕ ਸੀਮਿਤ ਨੇ, ਬ੍ਰਹਮਾ ਤੱਕ, ਇਹ ਭਰਮ ਦੇ ਵਿੱਚ ਨੇ। ਭਰਮ ਭਰਮ ਮਾਨੁਖ ਡਹਿਕਾਏ। ਏਦਾਂ ਕਹਿੰਦੇ ਮਨੁੱਖ ਕਿਆ ਹੋਰ ਸਾਰੇ ਭਰਮ ਦੇ ਵਿੱਚ ਫਸੇ ਹੋਏ ਨੇ, ਭਰਮ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ। ਮਹਾਦੂਤਰ ਬਿਖਮ ਇਹ ਮਾਏ। ਇਹ ਜਿਹੜੀ ਮਾਇਆ ਹੈ, ਇਹ ਬਹੁਤ ਵੱਡਾ ਭਵ ਸਾਗਰ ਹੈ, ਬਹੁਤ ਇਸ ਦਾ ਕੋਈ ਪਾਰਾਵਾਰ ਨਹੀਂ ਹੈ। ਇਸ ਦੇ ਵਿੱਚ ਹੀ ਅਸੀਂ ਫਸੇ ਹਾਂ। ਜੋ ਦੂਜਾ ਹੈ, ਗੁਰਮੁਖ ਭਰਮ ਪੈ ਮੋਹ ਮਿਟਾਇਆ। ਜਿਹੜੇ ਗੁਰਮੁਖ ਨੇ ਉਹ ਭਰਮ ਦੂਰ ਕਰ ਲੈਂਦੇ ਨੇ, ਭੈ ਦੂਰ ਕਰ ਲੈਂਦੇ ਨੇ, ਮੋਹ ਖਤਮ ਕਰ ਲੈਂਦੇ ਨੇ। ਨਾਨਕ ਤੇ ਪਰਮ ਸੁਖ ਪਾਇਆ। ਉਹ ਪਰਮ ਸੁਖ ਪ੍ਰਾਪਤ ਕਰਦੇ ਨੇ। ਇਸ ਕਰਕੇ ਸਮਝਾਉਂਦੇ ਨੇ ਵੀ ਏਦਾਂ ਆਪਾਂ ਭਰਮ ਗਵਾਉਣਾ ਹੈ। ਕਿਵੇਂ ਗਵਾਉਣਾ ਹੈ? ਗੁਰ ਦਾ ਗਿਆਨ ਲੈ ਕੇ। ਗੁਰ ਦਾ ਗਿਆਨ ਕਿੱਥੇ ਦਿੱਤਾ ਜਾਂਦਾ ਹੈ? ਮੁਖ ਦੇ ਉੱਤੇ, ਨੇਤਰਾਂ ਦੇ ਵਿੱਚ ਇਹ ਗੁਰ ਦਾ ਗਿਆਨ ਪਾਇਆ ਜਾਂਦਾ ਹੈ। ਉੱਥੋਂ ਸਾਡਾ ਧਿਆਨ ਚੱਲਦਾ ਹੈ, ਜਿੱਥੋਂ ਪ੍ਰਭੂ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਉਸ ਦਰ ਤੇ ਆਪਾਂ ਜਾਣਾ ਹੈ। ਫਿਰ ਆਪਾਂ ਅੰਤਰ ਪ੍ਰਵੇਸ਼ ਕਰਨਾ ਹੈ। ਫਿਰ ਉਸਦੇ ਚਰਨਾਂ ਨਾਲ ਜੁੜਨਾ ਹੈ। ਫਿਰ ਉਹ ਸਾਨੂੰ ਆਪਣੇ ਚਰਨਾਂ ਸੋ ਚੱਕ ਕੇ ਆਪਣੇ ਗਲ ਨਾਲ ਲਾਏਗਾ ਤੇ ਆਪਣੇ ਬਣਾ ਲਏਗਾ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਤ੍ਰੈ ਗੁਣ ਵਖਾਣੈ ਭਰਮ ਨਾ ਜਾਏ। ਜਦ ਤੱਕ ਤ੍ਰੈ ਗੁਣਾਂ ਦੀ ਵਿਖਿਆਨ ਕਰਦੇ ਹਾਂ, ਗੱਲਾਂ ਕਰਦੇ ਹਾਂ ਸੰਸਾਰ ਦੀਆਂ, ਇਤਿਹਾਸ ਦੀਆਂ, ਉਦੋਂ ਤੱਕ ਸਾਡਾ ਭਰਮ ਦੂਰ ਨਹੀਂ ਹੁੰਦਾ। ਕਿਉਂਕਿ ਅਸੀਂ ਉਹ ਗੱਲਾਂ ਕਰਦੇ ਹਾਂ ਕਿ ਕੁਛ ਸਮੇਂ ਹੈ ਸੀ, ਅੱਜ ਨਹੀਂ ਹੈ। ਆਪਾਂ ਉਸ ਦੀ ਵਿਚਾਰ ਨਹੀਂ ਕਰਦੇ ਕਿ ਜਿਹੜਾ ਆਦ ਵਿੱਚ ਸੀ, ਵਿੱਚ ਵੀ ਸੀ, ਅੱਜ ਵੀ ਹੈ ਤੇ ਅੱਗੇ ਨੂੰ ਵੀ ਰਹਿਣ ਵਾਲਾ ਹੈ। ਜੋ ਚੌਥਾ ਪਦ ਹੈ, ਬੰਧਨ ਨਾ ਟੂਟੈ ਮੁਕਤ ਨਾ ਪਾਏ। ਜਦ ਤੱਕ ਤ੍ਰੈ ਗੁਣਾਂ ਦੀਆਂ ਵਿਚਾਰਾਂ ਕਰਦੇ ਹਾਂ, ਤ੍ਰੈ ਗੁਣਾਂ ਦਾ ਗਿਆਨ ਦਿੰਦੇ ਹਾਂ, ਨਾ ਤਾਂ ਬੰਧਨ ਟੁੱਟਦੇ ਨੇ ਮਨ ਦੇ ਤੇ ਨਾ ਮੁਕਤੀ ਮਿਲੇਗੀ। ਕਿਉਂਕਿ ਬੰਧਨ ਛੁੱਟੇਗਾ ਫਿਰ ਹੀ ਮੁਕਤ ਹੋਏਗਾ। ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਕਿਉਂਕਿ ਮੁਕਤੀ ਦਾ ਜਿਹੜਾ ਦਾਤਾ ਹੈ ਉਹ ਸੱਚਾ ਗੁਰ ਹੈ। ਸੰਸਾਰ ਦੇ ਵਿੱਚ, ਇਸ ਜਗ ਦੇ ਵਿੱਚ ਸਤਿਗੁਰ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਉਹ ਦਾਤਾ ਕੌਣ ਹੈ? ਆਪ ਪਰਮੇਸ਼ਰ, ਜੋ ਸਾਰਿਆਂ ਚ ਵਸਦਾ ਹੈ। ਕੋਈ ਵੀ ਉਸ ਤੋਂ ਖਾਲੀ ਨਹੀਂ ਹੈ। ਤ੍ਰੈ ਗੁਣ ਕਾਲੈ ਕੀ ਸਿਰਕਾਰਾ। ਜਿਹੜਾ ਤ੍ਰੈ ਗੁਣ ਹੈ ਇਹ ਕਾਲ ਦੀ ਸਾਡੇ ਤੇ ਸਿਰਕਾਰ ਹੈ। ਸਾਡੇ ਸਿਰ ਤੇ ਇਹ ਕਾਰ ਹੈ ਤ੍ਰੈ ਗੁਣਾਂ ਦੀ। ਜਦ ਤੱਕ ਤ੍ਰੈ ਗੁਣਾਂ ਦੇ ਵਿੱਚ ਅਸੀਂ ਫਸੇ ਹਾਂ, ਮੁਕਤੀ ਨਹੀਂ। ਕਿਉਂਕਿ ਕਾਲ ਦੇ ਅਧੀਨ ਹਾਂ। ਨਾਮ ਨਾ ਚੇਤੈ ਉਹ ਪਾਵਨ ਹਾਰਾ। ਉਨੀ ਦੇਰ ਜੀਵ ਨਾਮ ਨਹੀਂ ਚੇਤੇ ਕਰਦਾ ਜਦ ਤੱਕ ਤ੍ਰੈ ਗੁਣਾਂ ਦੇ ਵਿੱਚ ਹੈ। ਨਾਮ ਕੀ ਹੈ? ਜਿਹੜਾ ਸਾਨੂੰ ਉਹ ਪਾਵਨ ਹਾਰਾ, ਜਿੱਥੋਂ ਸਾਨੂੰ, ਜਿਸ ਨੇ ਸਾਨੂੰ ਪੈਦਾ ਕੀਤਾ ਹੈ,
ਜਿਸ ਦੁਆਰਾ ਇਹ ਸ੍ਰਿਸ਼ਟੀ ਸਾਜੀ ਗਈ ਹੈ, ਉਸ ਨੂੰ ਅਸੀਂ ਚੇਤੇ ਨਹੀਂ ਕਰਦੇ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਹਾਂ। ਉਹ ਚੌਥੇ ਪਦ ਵਿੱਚ ਹੈ, ਮਰ ਜੰਮੈ ਫਿਰ ਬਾਰੋ ਬਾਰ। ਜਦ ਤੱਕ ਨਾਮ ਨੂੰ ਚੇਤਦੇ ਨਹੀਂ, ਕਿਉਂਕਿ ਨਾਮ ਚੇਤਨ ਵਿੱਚ ਹੈ, ਧਿਆਨ ਦੇ ਵਿੱਚ ਹੈ, ਤੇ ਫਿਰ ਬਾਰ ਬਾਰ ਜੰਮਦੇ ਹਾਂ, ਮਰਦੇ ਹਾਂ, 84 ਲੱਖ ਜੂਨ ਭੋਗਦੇ ਹਾਂ। ਅੰਧੇ ਗੁਰੂ ਤੇ ਭਰਮ ਨਾ ਜਾਈ। ਤੇ ਜੇ ਗੁਰੂ ਹੀ ਅੰਧਾ ਹੈ, ਜਿਹੜਾ ਸਾਨੂੰ ਗਿਆਨ ਦਿੰਦਾ ਹੈ, ਜਿਹੜਾ ਖੁਦ ਹੀ ਭਰਮ ਦੇ ਵਿੱਚ ਹੈ, ਉਹ ਫਿਰ ਸਾਡਾ ਭਰਮ ਦੂਰ ਨਹੀਂ ਕਰ ਸਕਦਾ, ਕਿਉਂਕਿ ਉਸ ਤੋਂ ਭਰਮ ਦੂਰ ਨਹੀਂ ਹੁੰਦਾ। ਜਿਵੇਂ ਆਪਾਂ ਦੇਖਦੇ ਹਾਂ, ਪੜ੍ਹਦੇ ਹਾਂ, ਜਿਵੇਂ ਗੁਰਬਾਣੀ ਦੇ ਵਿੱਚ ਕਹਿੰਦੇ ਹਾਂ ਕਿ ਹਿੰਦੂ ਅੰਨਾ ਹੈ, ਤੁਰਕੂ ਕਾਣਾ ਹੈ, ਤੇ ਦੋਨਾਂ ਨਾਲੋਂ ਗਿਆਨੀ ਸਿਆਣਾ। ਹਿੰਦੂ ਅੰਨਾ, ਤੁਰਕੂ ਕਾਣਾ, ਦੋਹਾਂ ਤੋਂ ਗਿਆਨੀ ਸਿਆਣਾ। ਤੇ ਆਪਾਂ ਕਹਿੰਦੇ ਹਾਂ, ਪਰ ਗੁਰੂ ਸਾਹਿਬ ਜੀ ਇਹ ਵੀ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਉਹ ਵੀ ਅੰਧੇ ਨੇ, ਜਿਨ੍ਹਾਂ ਦਾ ਗੁਰੂ ਅੰਧਲਾ ਹੈ। ਉਹ ਸਿੱਖ ਵੀ ਅੰਧੇ ਕਰਮ ਕਰਦੇ ਨੇ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ ਨਾ। ਇਸ ਕਰਕੇ ਜੇ ਗੁਰੂ ਸਿਆਣਾ ਹੈ, ਜੇ ਗੁਰੂ ਆਪ ਸੁਜਾਖਾ ਹੈ, ਆਪ ਦੇਖਦਾ ਹੈ, ਜਿਸ ਨੇ ਗੁਰੂ ਕੀ ਹੈ, ਜਦੋਂ ਪਰਮੇਸ਼ਰ ਆਪਣੇ ਜਨਾਂ ਦੁਆਰਾ ਆਪਣਾ ਗਿਆਨ ਦਿੰਦਾ ਹੈ, ਉਸ ਗਿਆਨ ਨੂੰ ਅਸੀਂ ਫਿਰ ਸੁਣ ਕੇ ਮੰਨ ਕੇ ਜਦੋਂ ਕਮਾਉਂਦੇ ਹਾਂ, ਜੇ ਸਾਡਾ ਭਰਮ ਦੂਰ ਹੋ ਜਾਂਦਾ, ਮਨ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹ ਸੱਚਾ ਗਿਆਨ ਹੈ, ਸੱਚਾ ਗੁਰੂ ਹੈ। ਜੇ ਸਾਡਾ ਭਰਮ ਦੂਰ ਨਹੀਂ ਹੁੰਦਾ, ਅਸੀਂ ਫਿਰ ਵੀ ਭਰਮ ਦੇ ਵਿੱਚ ਹਾਂ, ਫਿਰ ਉਹ ਗੁਰੂ ਝੂਠਾ, ਉਹ ਗਿਆਨ ਝੂਠਾ ਹੈ, ਗੁਰੂ ਗਿਆਨ ਹੈ। ਮੂਲ ਛੋੜ ਲਾਗੇ ਦੂਜੇ ਪਾਈ, ਕਿਉਂਕਿ ਉਹ ਖੁਦ ਹੀ ਮੂਲ ਨੂੰ ਛੱਡਿਆ ਹੈ, ਦੂਜੇ ਦੇ ਨਾਲ ਲੱਗੇ ਨੇ। ਜਿਹੜਾ ਖੁਦ ਦੂਜੇ ਨਾਲ ਲੱਗਿਆ ਹੈ, ਜੋ ਕਿ ਪਰਮੇਸ਼ਰ ਚੌਥੇ ਪਦ ਵਿੱਚ ਹੈ, ਉਹ ਲੇਖਾ ਪੜ੍ਹੀ ਦੇ ਵਿੱਚ ਨਹੀਂ ਹੈ, ਉਹ ਵੇਦਾਂ ਕਿਤਾਬਾਂ ਤੋਂ ਬਾਹਰ ਹੈ, ਉਸ ਨੂੰ ਸਿਰਫ ਅਸੀਂ ਧਿਆ ਹੀ ਸਕਦੇ ਹਾਂ। ਉਹ ਵੀ ਜਦੋਂ ਸਾਡੀ ਦ੍ਰਿਸ਼ਟੀ ਨਿਰਮਲ ਹੋ ਜਾਂਦੀ ਹੈ, ਫਿਰ ਅਸੀਂ ਉਸ ਦੇ ਦਰਸ਼ਨ ਹੀ ਕਰ ਸਕਦੇ ਹਾਂ, ਤੇ ਹੋਰ ਕਿਸੇ ਵੀ ਤਰ੍ਹਾਂ ਉਸ ਦੀ ਸਾਨੂੰ ਸੋਝੀ ਨਹੀਂ ਆਉਂਦੀ। ਕਿਉਂਕਿ ਜਦ ਤੱਕ ਕਿਸੇ ਚੀਜ਼ ਨੂੰ ਆਪਾਂ ਦੇਖ ਨਹੀਂ ਲੈਂਦੇ, ਤੇ ਸਾਡਾ ਭਰਮ ਦੂਰ ਨਹੀਂ ਹੁੰਦਾ। ਏਦਾਂ ਪ੍ਰਭੂ ਨੂੰ ਜਦ ਤੱਕ ਅਸੀਂ ਦੇਖ ਨਹੀਂ ਲੈਂਦੇ, ਆਪਣੇ ਆਪ ਦੀ ਸਾਨੂੰ ਪਹਿਚਾਣ ਨਹੀਂ ਹੋ ਜਾਂਦੀ, ਸਾਡਾ ਭਰਮ ਦੂਰ ਨਹੀਂ ਹੁੰਦਾ। ਤੇ ਉਹ ਜੀਵ ਜਿਹੜੇ ਖੁਦ ਦੂਜੇ ਨਾਲ ਜੁੜੇ ਨੇ, ਉਹ ਫਿਰ ਸਾਨੂੰ ਗਿਆਨ ਨਹੀਂ ਦੇ ਸਕਦੇ। ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਐਸੇ ਜੀਵਨ ਸਮਝਾਉਂਦੇ ਨੇ ਕਿ ਤ੍ਰੈ ਗੁਣਾਂ ਦੇ ਵਿੱਚ ਹੀ ਮਸਤ ਹੈ, ਮਾਇਆ ਵਿੱਚ ਹੀ ਹੈ, ਤੇ ਇਹ ਬਿਖ ਤੱਕ ਹੀ ਸੀਮਤ ਹੈ, ਇੱਥੇ ਤੱਕ ਹੀ ਸਮਾਇਆ ਰਹਿੰਦਾ ਹੈ, ਤ੍ਰੈ ਗੁਣਾਂ ਤੱਕ ਹੀ ਸੀਮਤ ਹੈ। ਚੌਥੇ ਪਦ ਦਾ ਗਿਆਨ ਨਹੀਂ ਰੱਖਦਾ, ਤ੍ਰੈ ਗੁਣ ਬਿਖ ਹੈ। ਮਾਇਆ ਕਰ ਮੂਲ ਜੰਤਰ ਪਰਮਾਏ, ਤੇ ਦੂਜੇ ਜੀਵਾਂ ਨੂੰ ਵੀ ਮਾਇਆ ਦੇ ਹੀ ਗਿਆਨ ਦਿੰਦਾ ਹੈ, ਮਾਇਆ ਦੇ ਹੀ ਤਰੀਕੇ ਦੱਸਦਾ ਹੈ, ਤੇ ਜੀਵਾਂ ਨੂੰ ਭਰਮ ਦੇ ਵਿੱਚ ਪਾਉਂਦਾ ਹੈ। ਅੱਖਰਾਂ ਦੇ ਵਿੱਚ ਗਿਆਨ ਦਿੰਦਾ ਹੈ, ਅੱਖਰ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ। ਤੇ ਮਹਾਰਾਜ ਸਮਝਾਉਂਦੇ ਨੇ ਕਿ ਐਸੇ ਜੀਵ ਜਿਹੜੇ ਲਿਖ ਲਿਖ ਕੇ ਨਾਮ ਨੂੰ ਵੇਚਦੇ ਨੇ ਅੱਖਰਾਂ ਦੇ ਵਿੱਚ, ਇਹਨਾਂ ਜੀਵਾਂ ਦਾ ਤਿਰਕਾਰ ਹੈ ਜੀਵਨਾ। ਤਿਰਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ। ਖੇਤੀ ਜਿਨ ਕੀ ਉਜੜੀ, ਖਲਵਾੜੇ ਕਿਆ ਥਾਉ। ਵੀ ਜਿਨ੍ਹਾਂ ਦੀ ਆਪਣੀ ਹੀ ਖੇਤੀ ਉਜੜ ਗਈ ਹੈ, ਖਲਵਾੜੇ ਦਾ ਕਿੱਥੇ ਪਾਉਣਾ, ਖਲਵਾੜਾ ਕਿੱਥੇ ਪਾਉਣਗੇ, ਕਿਉਂਕਿ ਖੇਤੀ ਹੀ ਨਹੀਂ ਹੈ। ਜੇ ਫਸਲ ਹੋਏਗੀ ਖੇਤ 'ਚ, ਫਿਰ ਹੀ ਖਲਵਾੜਾ ਤਿਆਰ ਕੀਤਾ ਜਾਂਦਾ ਹੈ। ਜਿਨ੍ਹਾਂ ਦਾ ਆਪਣਾ ਆਪ ਹੀ ਉਜਾੜ ਲਿਆ ਹੈ, ਫਿਰ ਦੂਜੇ ਨੂੰ ਗਿਆਨ ਨਹੀਂ ਦੇ ਸਕਦੇ, ਕਿਉਂਕਿ ਉਹ ਫਿਰ ਸਾਨੂੰ ਝੂਠ ਮਾਇਆ ਦੇ ਜੰਤਰ ਮੰਤਰ ਸਮਝਾਉਂਦੇ ਨੇ। ਹਰ ਜੀਓ ਵਿਸਾਰਿਆ ਦੂਜੇ ਪਾਏ, ਹਰੀ ਨੂੰ ਵਿਸਾਰਿਆ ਹੈ, ਕਿਉਂਕਿ ਮਾਇਆ ਦੇ ਜੰਤਰ, ਮਾਇਆ ਦੇ ਮੰਤਰ ਸਾਨੂੰ ਦੱਸਦੇ ਨੇ। ਆਪ ਵੀ ਉਹੀ ਕਰਦੇ, ਦੂਜਿਆਂ ਨੂੰ ਵੀ ਉਹੀ ਦੱਸਦੇ ਨੇ। ਜਿਸ ਨਦਰ ਕਰੇ ਸੋ ਪਰਮਗਤ ਪਾਏ, ਪਰ ਜਿਨ੍ਹਾਂ ਦੀ ਦ੍ਰਿਸ਼ਟੀ ਨਿਰਮਲ ਕਰ ਦਿੰਦਾ ਹੈ,
ਜਿਨ੍ਹਾਂ ਨੂੰ ਉਹ ਦ੍ਰਿਸ਼ਟੀ ਬਖਸ਼ ਦਿੰਦਾ ਹੈ, ਜਿਹਦੇ ਦੁਆਰਾ ਫਿਰ ਸਾਨੂੰ ਦਰਸ਼ਨ ਹੁੰਦੇ ਨੇ, ਉਹ ਫਿਰ ਪਰਮਗਤ ਨੂੰ ਪ੍ਰਾਪਤ ਕਰ ਲੈਂਦੇ ਨੇ, ਉਸ ਪਿਸਮਾਦ ਨੂੰ ਦਰਸ਼ਨ ਕਰ ਲੈਂਦੇ ਨੇ। ਪਰ ਇਹ ਦ੍ਰਿਸ਼ਟੀ ਸਾਡੇ ਆਪਣੇ ਕੋਲ ਨਹੀਂ ਹੈ, ਇਹ ਅੱਖਾਂ ਸਾਨੂੰ ਲੈਣੀਆਂ ਪੈਂਦੀਆਂ ਨੇ ਉਸ ਪ੍ਰਭੂ ਤੇ, ਫਿਰ ਹੀ ਅਸੀਂ ਉਸ ਨੂੰ ਦੇਖਦੇ ਹਾਂ। ਪਰ ਦਿੰਦਾ ਕਿਸ ਨੂੰ ਹੈ? ਜਿਹੜੇ ਉਸ ਤੋਂ ਜਾ ਕੇ ਇਹ ਅੱਖਾਂ ਮੰਗਦੇ ਨੇ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਬਿਨ ਸਹਿ ਦੇਖੈ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਜਿਨ ਅੱਖੀਂ ਲੀਤੀਆਂ ਸਹੀ ਸੱਚਾ ਦੇ। ਵੀ ਉਹਨਾਂ ਨੂੰ ਹੀ ਮਾਲਕ ਅੱਖਾਂ ਦਿੰਦਾ ਹੈ ਜਿਹੜੇ ਇਹ ਅੱਖਾਂ ਮੰਗਦੇ ਨੇ, ਇਹ ਅੱਖਾਂ ਪ੍ਰਭੂ ਤੋਂ ਲੋਚਦੇ ਨੇ। ਅੰਤਰ ਸਾਚ ਬਾਹਰ ਸਾਚ ਵਰਤਾਏ, ਫਿਰ ਅੰਦਰ ਵੀ ਸੱਚ ਹੈ, ਬਾਹਰ ਵੀ ਸੱਚ ਦਾ ਗਿਆਨ ਦਿੰਦਾ, ਕਿਉਂਕਿ ਸਾਰੇ ਪਾਸੇ ਸੱਚ ਹੀ ਸੱਚ ਪ੍ਰਗਟ ਹੈ। ਸਾਚ ਨਾ ਛਪੈ ਜੇ ਕੋ ਰੱਖੈ ਛੁਪਾਏ, ਜਿਹਨੂੰ ਫਿਰ ਸੱਚ ਪ੍ਰਗਟ ਹੋ ਜਾਂਦਾ ਹੈ ਅੰਦਰ ਬਾਹਰ ਹਰ ਥਾਂ। ਜੇ ਉਹ ਛੁਪਾਉਣਾ ਵੀ ਚਾਹੁੰਦਾ ਹੈ, ਦੱਸਣਾ ਨਹੀਂ ਚਾਹੁੰਦਾ, ਛਪਦਾ ਨਹੀਂ ਹੈ। ਕਿਉਂਕਿ ਜਿਨ੍ਹਾਂ ਨੇ ਵੀ ਉਸ ਨੂੰ ਦੇਖਿਆ ਜਾਣਿਆ, ਉਹਨਾਂ ਫਿਰ ਬੜੇ ਚਾਅ ਦੇ ਵਿੱਚ ਬਿਨਾਂ ਕਿਸੇ ਲਾਲਚ ਤੋਂ ਉਸ ਪ੍ਰਭੂ ਦਾ ਗਿਆਨ ਦਿੱਤਾ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਛਪਾਈ। ਜਿਹਦੇ ਸਮਝਾਉਂਦੇ ਨੇ ਕਿ ਹਰੀ ਦੇ ਜਿਹੜੇ ਭਗਤ ਨੇ ਉਹ ਪ੍ਰਗਟ ਹੋ ਜਾਂਦੇ ਨੇ, ਉਹ ਛਪੇ ਨਹੀਂ ਰਹਿ ਸਕਦੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਏਦਾਂ ਇਹ ਗਿਆਨ ਜਿਹੜਾ ਹੈ ਸੱਚ ਦਾ, ਛੁਪਾ ਕੇ ਨਹੀਂ ਰੱਖਿਆ ਜਾ ਸਕਦਾ। ਗਿਆਨੀ ਬੂਝੈ ਸਹਿਜ ਸੁਹਾਏ, ਜਿਹੜੇ ਉਸ ਨੂੰ ਪਾ ਜਾਂਦੇ ਨੇ ਉਹਨਾਂ ਨੂੰ ਫਿਰ ਬੁਝਾਉਂਦਾ ਉਹ ਬੁਝਦੇ ਨੇ, ਜਿਨ੍ਹਾਂ ਨੂੰ ਆਪਾਂ ਗਿਆਨੀ ਕਹਿ ਦਿੰਦੇ ਹਾਂ। ਗਿਆਨੀ ਕਦੋਂ ਹੈ? ਜਦੋਂ ਆਪ ਇਹ ਗਿਆਨ ਕਰਵਾਉਂਦਾ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਉਹ ਫਿਰ ਦਰਗਾਹ ਦੇ ਵਿੱਚ ਜਿਹੜਾ ਗੁਰ ਦੀ ਕਿਰਪਾ ਦੇ ਨਾਲ ਗੁਰ ਦੀ ਵਿਚਾਰ ਕਰਦਾ ਹੈ, ਆਪਣੇ ਆਪ ਦੀ ਪਹਿਚਾਨ ਕਰ ਲੈਂਦਾ ਹੈ, ਉਹ ਫਿਰ ਤੱਤ ਦਾ ਗਿਆਨ ਦਿੰਦਾ ਹੈ। ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕੋ ਕਿਰਪਾ ਧਾਰੀ। ਆਪ ਕਿਰਪਾ ਕਰਦਾ ਹੈ, ਫਿਰ ਉਹ ਤਤ ਵਿਚਾਰ ਕਰਦਾ ਹੈ। ਗੁਰਮੁਖ ਸਾਚ ਰਹਾ ਲਿਵ ਲਾਏ, ਤੇ ਉਹ ਸੱਚ ਦੇ ਨਾਲ ਲਿਵ ਜੋੜ ਕੇ ਰੱਖਦੇ ਨੇ। ਕਦੋਂ? ਆਪ ਜਦੋਂ ਸਾਡੀ ਲਿਵ ਜੋੜ ਲੈਂਦਾ ਹੈ। ਗੁਰਮੁਖ ਕੋਈ ਆਪਣੇ ਆਪ ਨਹੀਂ ਬਣਦਾ, ਗੁਰਮੁਖ ਬਣਾਉਂਦਾ ਹੈ, ਆਪ ਉਹਦੇ ਬੰਧਨ ਕੱਢਦਾ ਹੈ, ਆਪ ਆਪਣੇ ਨਾਲ ਉਸ ਦੀ ਲਿਵ ਜੋੜਦਾ ਹੈ। ਹਉਮੈ ਮਾਇਆ ਸ਼ਬਦ ਜਲਾਏ, ਜਿਹੜੀ ਹਉਮੈ ਹੈ ਇਹ ਗੁਰ ਸ਼ਬਦ ਦੁਆਰਾ ਇਸ ਨੂੰ ਜਲਾ ਦਿੰਦਾ ਹੈ। ਮਾਇਆ ਖਤਮ ਹੋ ਜਾਂਦੀ ਹੈ ਤੇ ਪ੍ਰਕਾਸ਼ ਹੋ ਜਾਂਦਾ, ਮਾਇਆ ਦਾ ਕੱਪੜਾ ਖਤਮ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ ਹੈ। ਮੇਰਾ ਪ੍ਰਭੂ ਸਾਚਾ ਮੇਲ ਮਿਲਾਏ, ਆਪ ਪ੍ਰਭੂ ਸਾਚਾ ਫਿਰ ਮੇਲ ਮਿਲਾਉਂਦਾ ਹੈ ਆਪਣੇ ਜਨਾਂ ਦੁਆਰਾ, ਜਿਨ੍ਹਾਂ ਨੂੰ ਪਹਿਲਾਂ ਆਪ ਲਿਪ ਜੋੜਦਾ ਹੈ, ਉਹਨਾਂ ਦੁਆਰਾ ਫਿਰ ਗਿਆਨ ਦੇ ਕੇ ਕਿ ਕਿਵੇਂ ਆਪਣੇ ਰੂਪ ਨੂੰ ਦੇਖਣਾ ਹੈ। ਪਹਿਲਾਂ ਸਥੂਲ ਹੁੰਦਾ ਹੈ, ਫਿਰ ਧਿਆਨ ਦੇ ਨਾਲ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਆਪ ਪ੍ਰਭੂ ਇਹ ਸਾਰਾ ਖੇਲ ਕਰਦਾ ਹੈ, ਪਰ ਕਰਦਾ ਕਿਹਨਾਂ ਦੁਆਰਾ? ਆਪਣੇ ਭਗਤਾਂ ਦੁਆਰਾ। ਸਤਿਗੁਰ ਦਾਤਾ ਸ਼ਬਦ ਸੁਣਾਏ, ਆਪ ਸ਼ਬਦ ਸੁਣਾਉਂਦਾ ਹੈ। ਦਾਤਾ ਕੌਣ ਹੈ? ਸਤਿਗੁਰ ਕੌਣ ਹੈ? ਆਪ। ਧਾਵਤ ਰਾਖੈ ਠਾਕਰ ਹਾਏ, ਐਸਾ ਫਿਰ ਜਿਹੜਾ ਮਨ ਧਾਵਦਾ ਸੀ ਉਸ ਨੂੰ ਇੱਕ ਥਾਂ ਤੇ ਟਿਕਾ ਦਿੰਦਾ ਹੈ। ਜਿਵੇਂ ਆਪਾਂ ਕਿਸੇ ਚੀਜ਼ ਨੂੰ, ਜਿਵੇਂ ਘੜੇ ਦੇ ਵਿੱਚ ਪਾਣੀ ਪਾ ਦਈਏ ਤੇ ਪਾਣੀ ਟਿਕ ਜਾਂਦਾ ਹੈ, ਏਦਾਂ ਹੀ ਸਾਡਾ ਮਨ ਗੁਰ ਦੇ ਗਿਆਨ ਦੁਆਰਾ ਟਿਕਾ ਵਿੱਚ ਆ ਜਾਂਦਾ ਹੈ। ਪਰ ਗੁਰ ਤੋਂ ਬਿਨਾਂ ਗਿਆਨ ਨਹੀਂ ਹੈ। ਜਿਵੇਂ ਘੜੇ ਦੇ ਵਿੱਚ ਬੰਨਿਆ ਪਾਣੀ ਟਿਕ ਜਾਂਦਾ ਹੈ, ਪਰ ਪਾਣੀ ਤੋਂ ਬਿਨਾਂ ਕੁੰਭ ਨਹੀਂ ਹੈ। ਜਦੋਂ ਘੜੇ 'ਚ ਪਾਣੀ ਪਾ ਦਿੰਦੇ ਉਸ ਨੂੰ ਕੁੰਭ ਕਹਿੰਦੇ ਹਨ। ਮਹਾਰਾਜ ਸਮਝਾਉਂਦੇ ਨੇ,
कुंभे बद्दा जल रहे, जल बिन कुंभ ना होए। ज्ञान का बद्दा मन रहे, गुर बिन ज्ञान ना होए। इदां गुर दे ज्ञान द्वारा फिर मन टिका विच आ जाता है। पूरे गुर ते सोझी पाए, पूरे गुर ते ये सोझी होती है। आपे करता श्रेष्ठ सिरज जिन गोई, वो आप करता है जिन्हें सृष्टि सिरजी है, जिसने इसनों फिर पाल रहा है। तिस बिन दूजा वरना कोई, दूजा नहीं कर सकता, वो आप ही करता है। वही सानू सृष्टि सिरजदा है, उसनों पालदा भी है, क्योंकि दूजा नहीं कर सकता। नानक गुरमुख बूझे कोई, पर उस करते पुरख नूं विरले ने जिहड़े बुझदे ने, पर बुझ किवें जा सकदा है? गुर दे ज्ञान द्वारा, उहदे जनां द्वारा। वो सानू गुर देणगे, जुगती देणगे, विधि दसणगे कि इस तरीके दे नाल आपां उसनूं देख सकदे हां। ज्ञान दा सुरमा साडे नेत्रां दे विच पाउणगे, फिर ही उसका ज्ञान होता है। सो आओ गुरमुख प्यारिओ, आओ नाल नाल आपां ये समझिए कि जिहड़ा ज्ञान नेत्रां दे विच किवें पैंदा है। क्योंकि एक बारी समझ लेना है कि किवें आपां नेत्रां द्वारा उस प्रभु नूं देखना है। किवें नेत्र एक दृष्ट होने ने, किवें नेत्र संतोखने ने। नेत्र संतोखे गए, सानू किवें पता लगे कि नेत्र संतोखे होए ने। ये सारा आपां देखना है। किवें करना है, किवें समझना है? आपां अपने नेत्रां नूं इस पॉइंट ते, अपनी दृष्टि इस पॉइंट ते फोकस करनी है। ये दर है जितों श्वास देंदा है प्रभु सानू। इत्थे आपां अपनी दृष्टि नूं फोकस करना है। इदां तीर दी तरह इस पॉइंट ते आपां फोकस करना है। दृष्टि फोकस करके आपां देखना है अपने आप नूं। नक देखना है कि सानू अपना नक दिसदा जां नहीं। जे दिसदा नहीं, फिर आपां एक दृष्ट हाँ। जे दिसदा है, फिर दो दृष्ट हाँ। फिर नेत्र संतोखे नहीं गए। जे नहीं दिसदा, फिर एक नेत्र हो गया है, दोने। इस करके नेत्र संतोखे ने, फिर मन संतोखिया जाता है, फिर असी दूजा पाव गवाउंदे हाँ। नेत्र संतोखे किले बुलाए, मन संतोखिया दूजा पाव गवाए। सो इस तरीके नाल आपां देखना है। फिर जे नक दिसदा है, फिर आपां देखना है किस पासे दिसदा है। तमोगुणी हाँ, इस पासे दिसदा है तमोगुण है। सज्जा पासा इस पासे दिसदा है रजोगुणी हाँ। जिद्द वल्यों दिसदा है सतोगुणी हाँ। जे नहीं दिसदा एक दृष्ट हाँ। सो आओ हुण आपां नाले पहला इत्थे देखना, मेरे बल समझ लो। पहला इस पॉइंट ते देखना है दृष्टि सम करके। इदां इत्थों फिर मैं आप जी नूं आवाज़ देवांगा कि ध्यान सामने लैके आपां सामने देखना है। तो फिर मैं आप जी नूं आवाज़ देवांगा कि ध्यान नूं मस्तक दे सामने लै जाओ। फिर आपां पलकां उत्ते चुक देणियां ने। फिर मैं आवाज़ देवांगा कि ध्यान नूं सामने लैके आओ। फिर सामने देखना है। फिर जदों कहांगा सम करके देखो, फिर दृष्टि नूं इत्थे फोकस करके फिर अपने आप नूं देखना है। आओ पहला नेत्र सम करके देखिए अपने आप नूं, थोड़ा परखिए कि असीं एक दृष्ट हाँ कि दो दृष्ट हाँ। जे दो दृष्ट हाँ तो साडा ध्यान किस पासे ज़्यादा है। आओ नेत्र सम करके दृष्टि फोकस करके देखो अपने आप नूं। सामने लेके आओ ध्यान।
मस्तक दे सामने लै जो पलकों ते चुक दो। फिर सामने लेके आओ। फिर सम करके देखो अपने आप ਨੂੰ। दृष्टि फोकस करके अपने आप ਨੂੰ सम करके देखो। देखना है कि नक दिसनों हट गया। जे पहला किसी ਨੂੰ दिसदा सी कोई नवा जीव है तो उसने ਹੁਣ देखना है कि दिसनों हट गया। जे नक दिसनों हट गया तो ਆਪਾਂ ਇੱਕ ਦ੍ਰਿਸ਼ਟ ਹੋ ਗਏ। ਇਸ ਨੂੰ ਕਹਿ ਦਿੱਤਾ ਹੈ ਕਿ ਨੇਤਰ ਸੰਤੋਖੇ ਗਏ। फिर अभ्यास करना है तो दूजा प्यार छड्ड के इसे नाल प्यार पाउणा है। फिर मन साडा संतोखिया जाता है। नीचे लै जो ध्यान हुण। नीचे आपां जिथे बैठे हाँ, जो नीचे विछया है धरती ते बैठे हाँ, फर्श ते जां आपां बैड ते बैठे हाँ, फर्श है नीचे जां चादर विछी है, जो भी है उस तो आपां थोड़ा जा उत्ते बिल्कुल रिलैक्स दृष्टि ढिली छड्ड के आपां देखना है। कोशिश करनी उस तो उपर देखने की। ते इत्थे सानू एक प्रकाश की हलचल अनुभव होनी शुरू होएगी। जिवें पानी दी लहरां सरोवर दे विच, इवें ही इत्थे प्रकाश की हलचल अनुभव होनी शुरू हो जाती है, जिसनूं आपां देखी जाना है, त्याई जाना है। फिर सम करके देखिए अपने आप नूं। नेत्र सम करके फिर अपने आप नूं देखिए। नक ते फिर ध्यान ला के देखिए। फिर नीचे लै जो ध्यान।
फिर सम करके अपने आप को देखिए। फिर नीचे ले जो ध्यान। फिर सम करके देखिए अपने आप को। फिर नीचे ले जो ध्यान। और सम करके देखिए अपने आप को। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल
ਆਪਾਂ ਅਭਿਆਸ ਕਰਨਾ ਹੈ ਤੇ ਜੋ ਇਹ ਵਿਸ਼ਵਾਸ ਕਰਕੇ ਅਭਿਆਸ ਕਰਦੇ ਨੇ ਤੇ ਸਾਨੂੰ ਆਪਣੇ ਆਪ ਦਾ ਵੀ ਗਿਆਨ ਹੁੰਦਾ ਹੈ। ਅਸੀਂ ਨਾਮ ਨੂੰ ਵੀ ਬੁੱਝ ਲੈਂਦੇ ਹਾਂ ਤੇ ਪ੍ਰਭੂ ਨੂੰ ਵੀ ਪਹਿਚਾਣ ਲੈਂਦੇ ਹਾਂ, ਪ੍ਰਭੂ ਨੂੰ ਵੀ ਧਿਆ ਲੈਂਦੇ ਹਾਂ ਤੇ ਸਾਡਾ ਜੀਵਨ ਹੈ ਜਿਹੜਾ ਸਫਲ ਹੋ ਜਾਂਦਾ ਹੈ। ਪਰ ਇਹ ਜੋ ਅਜਰ ਹੈ, ਜਿਸ ਨੂੰ ਜਰਨਾ ਬੜਾ ਔਖਾ ਹੈ, ਮਾਲਕ ਦੀ ਕਿਰਪਾ ਹੁੰਦੀ ਹੈ, ਉਹੀ ਜੀਵ ਇਸ ਨੂੰ ਸੁਣ ਕੇ ਮੰਨ ਸਕਦਾ ਹੈ। ਕਿਉਂਕਿ ਜਿਵੇਂ ਕਿ ਆਪਾਂ ਲੋਕਾਂ ਨੇ ਗਿਆਨ ਬਹੁਤ ਲਿਆ ਹੈ ਤੇ ਸਾਡੇ ਮਨ ਦੇ ਵਿੱਚ ਪਹਿਲਾਂ ਹੀ ਇਹ ਸ਼ੰਕਾ ਹੋ ਜਾਂਦੀ ਹੈ ਕਿ ਇਵੇਂ ਅਸੀਂ ਕਿਵੇਂ ਦੇਖ ਸਕਦੇ ਹਾਂ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਇਵੇਂ ਕਿਵੇਂ ਹੋ ਸਕਦਾ ਹੈ, ਇੱਥੇ ਦੇਖਣ ਨਾਲ ਕੀ ਹੋ ਸਕਦਾ ਹੈ। ਪਰ ਜਦੋਂ ਗੁਰਬਾਣੀ ਪੜ੍ਹਾਂਗੇ ਤੇ ਗੁਰਬਾਣੀ ਸਮਝਾਉਂਦੀ ਹੈ ਕਿ ਆਪਾਂ ਧਿਆਨ ਹੀ ਉੱਥੇ ਲਾਉਣਾ ਹੈ ਜਿੱਥੋਂ ਸਾਨੂੰ ਸਵਾਸ ਪਰਮੇਸ਼ਰ ਦੇ ਰਿਹਾ ਹੈ ਤੇ ਉੱਥੇ ਹੀ ਉਹੀ ਦਰ ਹੈ ਤੇ ਉੱਥੇ ਆਪਾਂ ਧਿਆਨ ਧਰਨਾ ਹੈ। ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰ ਸੋਈ। ਸੋ ਇਸ ਤਰੀਕੇ ਨਾਲ ਜੋ ਇੱਕ ਵਾਰੀ ਆਪਣੀ ਮੱਤ ਛੱਡ ਕੇ ਇਸ ਨੂੰ ਮੰਨ ਕੇ ਧਿਆ ਲੈਂਦੇ ਨੇ ਤੇ ਉਹਨਾਂ ਦੀ ਮੱਤ ਉੱਤਮ ਹੋ ਜਾਂਦੀ ਹੈ, ਮੱਤ ਰਤਨਾ ਜਵੇਰਾਂ ਦੀ ਹੋ ਜਾਂਦੀ ਹੈ। ਸੋ ਆਓ ਪਿਆਰਿਓ, ਇਸ ਕਰਕੇ ਵਿਸ਼ਵਾਸ ਦੇ ਨਾਲ ਕਰਨਾ ਹੈ ਤਾਂ ਕਿ ਆਪਾਂ ਉਹ ਗਿਆਨ ਲੈ ਸਕੀਏ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਾਂ ਇਹ ਮਨੁੱਖਾ ਜਨਮ ਦੇ ਵਿੱਚ ਹਾਂ। ਪਹਿਲਾਂ ਮਨੁੱਖ ਬਣਨਾ ਹੈ, ਫਿਰ ਦੇਵਤਾ ਤੇ ਫਿਰ ਪਰਮਹੰਸ, ਉਸ ਪ੍ਰਭੂ ਦਾ ਰੂਪ ਹੋ ਜਾਣਾ ਹੈ। ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।